ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਲੜੀ ਵਿਚਿੱਤਰ ਨਾਟਕ ਦੇ ਸੰਬੰਧ ਵਿੱਚ ਚੱਲ ਰਹੀ ਹੈ। ਚਰਿਤਰੋਪਖਿਆਨ ਦੇ ਉੱਤੇ ਅਸੀਂ 3 ਵੀਡੀਓ ਬਣਾ ਚੁੱਕੇ ਹਾਂ, ਚੌਥੀ ਵੀਡੀਓ ਹੈ। 404 ਚਰਿੱਤਰ ਜੋ ਇਸ ਗ੍ਰੰਥ ਵਿੱਚ ਲਿਖੇ ਹੋਏ ਨੇ, ਉਹਨਾਂ 404 ਚਰਿੱਤਰਾਂ ਵਿੱਚ ਸਿਰਫ ਇੱਕੋ ਹੀ ਜੋ ਕੇਂਦਰੀ ਪੁਆਇੰਟ ਹੈ ਉਹ ਇਹ ਹੈ ਕਿ ਕਿਵੇਂ ਔਰਤਾਂ ਨੂੰ ਘਟੀਆ ਸਿੱਧ ਕੀਤਾ ਜਾਵੇ। ਜਿਵੇਂ ਪੁਰਾਤਨ ਗ੍ਰੰਥਾਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ, ਸ਼ੂਦਰ ਕਈ ਲਫ਼ਜ਼ਾਂ ਨਾਲ ਆਜ਼ਾਦ ਬੁਲਾਇਆ ਜਾਂਦਾ ਸੀ, ਯਾਦ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਇਸ ਸਾਰੀ ਜੋ ਵਿਚਾਰ ਚਰਚਾ ਵਿੱਚ 404 ਚਰਿੱਤਰਾਂ ਵਿੱਚ ਔਰਤ ਨੂੰ ਨੀਵਾਂ ਦਿਖਾਇਆ ਗਿਆ। ਮੈਂ ਸੋਚਿਆ ਸੀ ਕਿ ਇਕੱਲੇ ਚਰਿੱਤਰ ਦੀ ਵਿਆਖਿਆ ਕਰਾਂਗੇ ਅਸ਼ਲੀਲਤਾ ਵਾਲਾ ਪੱਖ ਪਾਸੇ ਕਰਕੇ, ਪਰ ਮੈਂ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਹੋ ਨਹੀਂ ਸਕਿਆ ਕਿਉਂਕਿ ਇਹਨਾਂ ਚਰਿੱਤਰਾਂ ਦੇ ਵਿੱਚੋਂ ਅਗਰ ਅਸ਼ਲੀਲਤਾ ਵਾਲਾ ਪੱਖ ਕੱਢ ਦਈਏ ਤਾਂ ਬਾਕੀ ਕੁਝ ਬਚਦਾ ਹੀ ਨਹੀਂ। ਮੇਨ ਮਕਸਦ ਹੀ ਲਿਖਾਰੀ ਦਾ ਔਰਤ ਨੂੰ ਜਲੀਲ ਕਰਨ ਦਾ ਹੈ। ਹੁਣ ਅਸੀਂ 3 ਨੰਬਰ ਚਰਿੱਤਰ ਦੇ ਬਾਰੇ ਗੱਲ ਕਰਦੇ ਹਾਂ। ਅਸੀਂ ਮੋਟੀ ਗੱਲ ਕਰਾਂਗੇ ਕਿਉਂਕਿ ਪੂਰੀ ਡਿਟੇਲ 'ਚ ਅਸੀਂ ਗੱਲ ਨਹੀਂ ਕਰ ਸਕਦੇ, ਉਹ ਸੰਗਤਾਂ ਆਪ ਪੜ੍ਹ ਸਕਦੀਆਂ। ਮੈਂ ਇਸ਼ਾਰੇ ਮਾਤਰ ਗੱਲ ਕਰਨੀ ਆ। ਇੱਕ ਔਰਤ ਸੀ, ਉਹਦੇ 2 ਯਾਰ ਸਨ, ਭਾਵ 2 ਆਦਮੀ ਉਹਦੇ ਕੋਲ ਆਉਂਦੇ ਸਨ। ਉਹਨਾਂ ਦੇ ਵਿੱਚ ਸਾਰੀ ਕਹਾਣੀ ਚੱਲਦੀ ਹੈ। ਮੈਂ ਖੁੱਲ੍ਹ ਕੇ ਵਿਚਾਰ ਨਹੀਂ ਕਰਨੀ। ਪੂਰੇ ਚਰਿੱਤਰ ਵਿੱਚ ਇੱਕੋ ਹੀ ਗੱਲ ਸਿੱਧ ਕੀਤੀ ਗਈ ਹੈ ਕਿ ਉਹ ਔਰਤ ਆਪਣੀ ਚਲਾਕੀ ਨਾਲ ਇੱਕ ਨੂੰ ਮੂਰਖ ਬਣਾਉਂਦੀ ਹੈ ਅਤੇ ਦੂਜੇ ਨੂੰ ਅਪਣਾ ਲੈਂਦੀ ਹੈ। ਕੁਝ ਵੀ ਐਸਾ ਨਹੀਂ ਜਿਸ ਤੋਂ ਕੁਝ ਸਿੱਖਿਆ ਜਾ ਸਕੇ। 1 ਪੁਆਇੰਟ ਪ੍ਰੋਗਰਾਮ ਹੈ ਔਰਤ ਨੂੰ ਜਲੀਲ ਕਰਨਾ, ਉਸ ਨੂੰ ਧੋਖੇਬਾਜ਼, ਘਟੀਆ, ਉਸ ਨੂੰ ਇੱਕਦਮ ਨਾ ਵਿਸ਼ਵਾਸ ਕਰਨ ਵਾਲਾ ਬਣਾਇਆ ਗਿਆ ਹੈ। ਇਹ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਚੁਟਕਲੇ ਬਣਾਏ ਜਾਂਦੇ ਸਨ ਨਾ। ਚੁਟਕਲਾ ਬਣਾ ਕੇ ਉੱਥੇ ਨਾਂ ਲਿਖ ਲੈਣਾ ਜਿਸ ਦੀ ਬੇਇੱਜ਼ਤੀ ਕਰਨੀ ਹੁੰਦੀ ਹੈ। ਕਿਸੇ ਧਰਮ ਦੇ ਨਾਂ ਦੇ ਨਾਲ, ਕਿਸੇ ਜਾਤ ਦੇ ਨਾਮ ਦੇ ਨਾਲ ਉਹ ਚੁਟਕਲੇ 'ਚ ਉਹ ਜਾਤ ਜਾਂ ਉਹ ਧਰਮ ਦੇ ਬੰਦੇ ਦਾ ਨਾਂ ਫਿੱਟ ਕਰ ਦੇਣਾ। ਅਸਲ ਵਿੱਚ ਉਹ ਚੁਟਕਲਾ ਬਣਾਉਣ ਵਾਲੇ ਦੀ ਮਨਸ਼ਾ ਜਿਹੜੀ ਸੀ ਉਸ ਨੂੰ ਜ਼ਾਹਰ ਕਰਦਾ ਸੀ ਕਿ ਉਸ ਜਾਤ ਬਾਰੇ, ਉਸ ਧਰਮ ਬਾਰੇ ਉਹ ਚੁਟਕਲਾ ਬਣਾਉਣ ਵਾਲੇ ਦੇ ਮਨ ਵਿੱਚ ਕਿਤਨੀ ਨਫ਼ਰਤ ਹੈ। ਤਾਂ ਐਸਾ ਹੀ ਇਹਨਾਂ ਚਰਿੱਤਰਾਂ ਵਿੱਚ ਹੈ। ਸਿਰਫ ਅਤੇ ਸਿਰਫ ਇੱਕੋ ਹੀ ਜੋ ਗੱਲ ਹੈ ਕਿ ਔਰਤ ਦੀ ਕਿਵੇਂ ਬੇਇੱਜ਼ਤੀ ਕੀਤੀ ਜਾਵੇ। ਅਖੀਰ 'ਚ ਤੱਤਸਾਰ 3 ਨੰਬਰ ਚਰਿੱਤਰ ਦਾ ਵੀ ਇਹੀ ਨਿਕਲਦਾ ਹੈ ਕਿ ਔਰਤ ਵਿਸ਼ਵਾਸ ਕਰਨ ਯੋਗ ਨਹੀਂ ਹੁੰਦੀਆਂ ਹਨ। ਔਰ ਸਾਰੇ ਚਰਿੱਤਰ ਸ਼ੁਰੂ ਕਿੱਥੋਂ ਹੋਏ? ਆਪਾਂ ਪਹਿਲਾਂ ਪੜ੍ਹਿਆ ਸੀ, ਇੱਕ ਰਾਜਾ ਹੈ, ਉਸ ਦਾ ਪੁੱਤਰ ਹੈ, ਉਸ ਦੀ ਔਰਤ ਹੈ, ਉਹ ਦੂਜੇ ਵਿਆਹ ਦੀ ਔਰਤ ਹੈ। ਰਾਜਾ ਬਜ਼ੁਰਗ ਹੈ, ਔਰਤ ਜੰਗ ਹੈ, ਅਤੇ ਉਹ ਰਾਜੇ ਦੇ ਪੁੱਤਰ ਦੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਹੈ। ਅਤੇ ਰਾਜਾ ਪੁੱਤਰ ਨੂੰ ਹੁਣ ਸ਼ਿਕਾਇਤ 'ਤੇ ਮਾਰਨਾ ਚਾਹੁੰਦਾ ਸੀ। ਵਜ਼ੀਰਾਂ ਨੇ ਮਾਰਨ ਤੋਂ ਰੋਕ ਦਿੱਤਾ। ਤਾਂ ਰੋਜ਼ ਵਜ਼ੀਰ ਰਾਜੇ ਨੂੰ ਕਹਾਣੀਆਂ ਸੁਣਾਉਂਦੇ ਆ, ਔਰਤਾਂ ਨੂੰ ਜਲੀਲ ਕਰਨ ਲਈ ਕਹਾਣੀਆਂ ਸੁਣਾਉਂਦੇ ਆ। ਆਹ ਜਿਹੜਾ 4 ਨੰਬਰ ਚਰਿੱਤਰ ਹੈ ਉਹ ਵੀ ਇਸ ਤਰ੍ਹਾਂ ਹੀ ਹੈ। ਕਥਾ ਦੀ ਸਮਾਪਤੀ ਤੋਂ ਬਾਅਦ ਰਾਜੇ ਨੇ ਪੁੱਤਰ ਨੂੰ ਬੰਦੀਖਾਨੇ ਵਿੱਚ ਭੇਜ ਦਿੱਤਾ ਅਤੇ ਸਵੇਰ ਹੋਣ 'ਤੇ ਫਿਰ ਪਕੜ ਕੇ ਬੁਲਵਾ ਲਿਆ। ਫਿਰ ਮੰਤਰੀ ਨੇ ਰਾਜੇ ਪ੍ਰਤੀ ਵਚਨ ਕਹੇ। ਰਾਜੇ ਨੇ ਵਚਨ ਸੁਣੇ ਜੋ ਮਾਨੋ ਅੰਮ੍ਰਿਤ ਨਾਲ ਭਰੇ ਹੋਏ ਹੋਣ। ਆਹ ਜਿਹੜੀਆਂ ਗੰਦੀਆਂ ਕਹਾਣੀਆਂ, ਇਹ ਅੰਮ੍ਰਿਤ ਨਾਲ ਭਰੇ ਹੋਏ ਵਚਨ, ਇਹਨਾਂ ਨੂੰ ਲਿਖਿਆ ਗਿਆ ਹੈ। ਔਰ ਫਿਰ ਕਿਹਾ ਇਹ ਗਿਆ ਹੈ ਕਿ ਇਹ ਜਿਹੜੇ ਅੰਮ੍ਰਿਤ ਨਾਲ ਭਰੇ ਹੋਏ ਵਚਨ ਹਨ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਹਦਾ ਟਰਾਂਸਲੇਸ਼ਨ ਕਰਕੇ, ਉਲਥਾ ਕਰਕੇ ਅੰਮ੍ਰਿਤ ਵਾਲੇ ਵਚਨ
ਆਪਣੇ ਸਿੱਖਾਂ ਲਈ ਇਹ ਸਾਨੂੰ ਦਿੱਤੇ ਹਨ। ਬੜਾ ਹੈਰਾਨ ਹੁੰਦਾ ਕਿ ਕਿਵੇਂ ਸਾਡੇ ਵਿਦਵਾਨ, ਕਿਵੇਂ ਸਾਡੇ ਕਥਾਵਾਚਕ, ਕਿਵੇਂ ਇਸ ਗ੍ਰੰਥ ਨੂੰ ਮੰਨਣ ਵਾਲੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਗਲ ਪਾ ਰਹੇ ਨੇ। ਮੈਂ ਅੱਜ ਹੀ ਇੱਕ ਪੋਸਟ ਪਾਈ ਸੀ ਫੇਸਬੁੱਕ 'ਤੇ, ਕਿਉਂਕਿ ਜਦੋਂ ਮੈਂ ਕੁਝ ਬੋਲਦਾ, ਕੁਝ ਲਿਖਦਾ, ਤਾਂ ਫਿਰ ਬਹੁਤ ਸਾਰੇ ਗਿਆਨੀ ਵਿਦਵਾਨ ਉਹਦਾ ਵਿਰੋਧ ਕਰਨ ਆ ਜਾਂਦੇ। ਮੈਂ ਪੋਸਟ ਇਹ ਪਾਈ ਸੀ ਕਿ ਕਿਹਾ ਜਾਂਦਾ ਹੈ ਕਿ ਵਚਿੱਤਰ ਨਾਟਕ ਦਸਮ ਗ੍ਰੰਥ ਦਾ ਉਲਥਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਭਾਸ਼ਾ ਵਿੱਚੋਂ ਜਾਂ ਔਖੀਆਂ ਭਾਸ਼ਾ ਵਿੱਚੋਂ ਸਾਡੀ ਸੌਖੀ ਭਾਸ਼ਾ ਵਿੱਚ ਟਰਾਂਸਲੇਟ ਕੀਤਾ, ਉਲਥਾ ਕੀਤਾ, ਤਾਂ ਕਿ ਸਿੱਖ ਉਸ ਤੋਂ ਲਾਹਾ ਲੈ ਸਕਣ। ਮੈਂ ਸਵਾਲ ਇਹ ਕੀਤਾ ਸੀ ਕਿ ਭਈ ਮੈਨੂੰ ਕੋਈ ਵੀਰ ਦੱਸੇਗਾ ਕਿ ਇਹ ਜਿਹੜਾ ਵਚਿੱਤਰ ਨਾਟਕ ਹੈ ਇਹ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ, ਕਿਹੜੀ ਬੋਲੀ ਵਿੱਚ ਲਿਖਿਆ ਗਿਆ ਹੈ। ਕਿਉਂਕਿ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਲਿਪੀ, ਇੱਕ ਹੁੰਦੀ ਹੈ ਬੋਲੀ। ਲਿਪੀ ਉਸ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਅੱਖਰ ਵਰਤੇ ਜਾਂਦੇ ਨੇ ਕਿਸੇ ਚੀਜ਼ ਨੂੰ ਲਿਖਣ ਲਈ। ਜਿਵੇਂ ਅਸੀਂ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਵਰਤਦੇ ਹਾਂ ਪੰਜਾਬੀ ਬੋਲੀ ਨੂੰ ਲਿਖਣ ਲਈ, ਇਵੇਂ ਹੀ ਪਾਕਿਸਤਾਨ ਵਾਲੇ ਪੰਜਾਬ ਵਿੱਚ ਉਹ ਉਰਦੂ ਵਰਤਦੇ ਨੇ ਪੰਜਾਬੀ ਬੋਲੀ ਨੂੰ ਲਿਖਣ ਲਈ। ਇਸ ਕਰਕੇ ਲਿਪੀ ਹੋਰ ਹੁੰਦੀ ਹੈ ਅਤੇ ਬੋਲੀ ਹੋਰ ਹੁੰਦੀ ਹੈ। ਮੈਂ ਸਵਾਲ ਇਹ ਕੀਤਾ ਸੀ ਕਿ ਕੋਈ ਵੀਰ ਦੱਸ ਸਕਦਾ ਕਿ ਇਹ ਜਿਹੜਾ ਗ੍ਰੰਥ ਹੈ ਵਚਿੱਤਰ ਨਾਟਕ, ਇਹ ਕਿਹੜੀ ਬੋਲੀ ਵਿੱਚ, ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਅਤੇ ਪੂਰੇ ਸਾਰੇ ਗਰੁੱਪਾਂ ਵਿੱਚੋਂ ਸਿਰਫ ਇੱਕ ਵੀਰ ਨੇ ਉਸ ਦਾ ਉੱਤਰ ਦਿੱਤਾ ਹੈ ਕਿ ਇਹ ਬ੍ਰਿਜ ਭਾਸ਼ਾ ਵਿੱਚ ਲਿਖਿਆ ਗਿਆ ਹੈ। ਨਾਲ ਹੀ ਮੇਰਾ ਦੂਸਰਾ ਸਵਾਲ ਵੀ ਉਸੇ ਪੋਸਟ ਵਿੱਚ ਸੀ ਕਿ ਕੀ ਜਿਸ ਭਾਸ਼ਾ ਵਿੱਚ ਇਹ ਗ੍ਰੰਥ ਲਿਖਿਆ ਗਿਆ ਹੈ ਉਹ ਸਿੱਖਾਂ ਦੀ ਭਾਸ਼ਾ ਹੈ। ਪੂਰੇ ਸਾਰੇ ਗਰੁੱਪਾਂ ਵਿੱਚੋਂ ਕਿਸੇ ਇੱਕ ਵੀਰ ਨੇ ਵੀ ਇਸ ਦਾ ਜਵਾਬ ਨਹੀਂ ਦਿੱਤਾ। ਕਿ ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰੂ ਗੋਬਿੰਦ, ਉਹ ਸਾਰੇ ਵੀਰ ਕੌਣ ਕਹਿੰਦੇ ਨੇ ਜਿਹੜੇ ਵਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ। ਉਹ ਇਹ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਤਨ ਇਤਿਹਾਸ ਨੂੰ ਸਾਡੇ ਗਿਆਨ ਗੋਚਰੇ ਕਰਨ ਲਈ, ਸਾਨੂੰ ਸਮਝਾਉਣ ਲਈ ਇਹ ਸੌਖੀ ਭਾਸ਼ਾ ਵਿੱਚ, ਸਾਡੀ ਭਾਸ਼ਾ ਵਿੱਚ ਸਾਨੂੰ ਗ੍ਰੰਥਾਂ ਦਾ ਉਲਥਾ ਕਰਕੇ ਦਿੱਤਾ। ਅਤੇ ਮੇਰੇ ਇਸ ਸਵਾਲ ਦਾ ਕਿਸੇ ਨੇ ਉੱਤਰ ਨਹੀਂ ਦਿੱਤਾ ਕਿ ਸਿੱਖਾਂ ਦੀ ਭਾਸ਼ਾ, ਬੋਲੀ ਜਿਹੜੀ ਹੈ ਉਹ ਬ੍ਰਿਜ ਭਾਸ਼ਾ ਹੈ। ਅਗਰ ਹੈ ਤਾਂ ਦੱਸੋ ਇਹ ਕਿੱਥੇ ਬੋਲੀ ਜਾਂਦੀ ਹੈ। ਸਿੱਖਾਂ ਦੀ ਭਾਸ਼ਾ ਪੰਜਾਬੀ ਹੈ, ਉਹਦੀ ਲਿਪੀ ਗੁਰਮੁਖੀ ਹੈ। ਬ੍ਰਿਜ ਭਾਸ਼ਾ, ਮੈਂ ਤਾਂ 35 ਸਾਲ ਤੋਂ ਕੋਸ਼ਿਸ਼ ਕੀਤੀ ਕਿ ਮੈਨੂੰ ਇਸ ਗ੍ਰੰਥ ਦੀ ਕੋਈ ਸਮਝ ਪੈ ਜਾਵੇ ਤਾਂ ਕਿ ਮੈਂ ਸੰਗਤਾਂ ਨਾਲ ਇਸ ਦੇ ਬਾਰੇ ਸਾਂਝ ਪਾ ਸਕਾਂ। ਪਰ 35 ਸਾਲ ਗੁਜ਼ਰ ਗਏ, ਮੈਨੂੰ ਇਹ ਪੂਰੀ ਤਰ੍ਹਾਂ ਗ੍ਰੰਥ ਸਮਝ ਨਾ ਆਇਆ। ਕਿਉਂਕਿ ਜਦੋਂ ਕੋਈ ਗੱਲ ਪੂਰੀ ਤਰ੍ਹਾਂ ਸਮਝ ਨਾ ਆਵੇ ਤਾਂ ਫਿਰ ਸੰਗਤਾਂ ਨਾਲ ਸਾਂਝ ਕਿੱਦਾਂ ਪਾਈ ਜਾਵੇ। ਇਹ ਤਾਂ ਡਾਕਟਰ ਰਤਨ ਸਿੰਘ ਜੀ ਜੱਗੀ ਨੇ ਅਰਥ ਕੀਤੇ ਨੇ, ਉਹ ਅਰਥਾਂ ਵਾਲਾ ਗ੍ਰੰਥ ਮੇਰੇ ਹੱਥ ਲੱਗਾ ਤਾਂ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ। ਤਾਂ ਕਹਿਣ ਦੀ ਗੱਲ ਇਹ ਹੈ ਕਿ ਭਾਈ ਇਹ ਗ੍ਰੰਥ ਦਾ ਉਲਥਾ ਅਗਰ ਗੁਰੂ ਗੋਬਿੰਦ ਸਿੰਘ ਜੀ ਕਰਦੇ ਤਾਂ ਉਹ ਜ਼ਰੂਰ ਕਿਸੇ ਐਸੀ ਭਾਸ਼ਾ ਵਿੱਚ ਕਰਦੇ, ਭਾਵ ਪੰਜਾਬੀ ਭਾਸ਼ਾ ਵਿੱਚ ਕਰਦੇ। ਗ੍ਰੰਥ ਲਿਖਿਆ ਹੋਇਆ ਗੁਰਮੁਖੀ ਲਿਪੀ ਵਿੱਚ ਹੈ, ਪਰ ਭਾਸ਼ਾ ਬ੍ਰਿਜ ਹੈ, ਉਹ ਸਾਨੂੰ ਸਮਝ ਨਹੀਂ ਆਉਂਦੀ। ਤਾਂ ਗੁਰੂ ਗੋਬਿੰਦ ਸਿੰਘ ਜੀ ਕਦੀ ਵੀ ਇਹੋ ਜਿਹਾ ਸਾਨੂੰ ਧੋਖੇ ਦੇਣ ਵਾਲਾ ਕੰਮ ਨਹੀਂ ਸੀ ਕਰਦੇ ਕਿ ਉਹ ਸੰਸਕ੍ਰਿਤ ਵਿੱਚੋਂ ਉਲਥਾ ਕਰਦੇ ਤਾਂ ਉਹ ਸਾਨੂੰ ਬ੍ਰਿਜ ਭਾਸ਼ਾ ਵਿੱਚ ਲਿਖ ਕੇ ਦੇ ਦਿੰਦੇ। ਨਾ ਸਾਨੂੰ ਸੰਸਕ੍ਰਿਤ ਸਮਝ ਆਉਂਦੀ ਹੈ, ਨਾ ਹੀ ਸਾਨੂੰ ਬ੍ਰਿਜ ਭਾਸ਼ਾ ਸਮਝ ਆਉਂਦੀ ਹੈ, ਫਿਰ ਉਲਥਾ ਕਰਨ ਦਾ ਕੀ ਲਾਭ ਹੋਇਆ। ਹੋਰ ਗੱਲ ਇੱਕ ਮੈਂ ਇੱਥੇ ਨੁਕਤਾ ਸਾਂਝਾ ਕਰ ਲਵਾਂ। ਮੈਂ 101 ਚਰਿੱਤਰ ਮੈਂ ਹੁਣ ਤਾਜ਼ੇ ਪੜ੍ਹੇ ਨੇ। 101 ਚਰਿੱਤਰਾਂ ਵਿੱਚੋਂ 19 ਚਰਿੱਤਰ ਐਸੇ ਨੇ ਜਿਹੜੇ ਪੰਜਾਬ ਦੇ ਵਿੱਚ ਵਾਪਰੇ। ਮੈਂ ਦੱਸ ਦੇਵਾਂ ਉਹ 19 ਚਰਿੱਤਰ ਕਿਹੜੇ ਨੇ। 9 ਨੰਬਰ 17, 21, 22, 23, 34, 40,
42 49 53 59 70 71 88 97 98 99 100 ਤੇ 101 101 ਚਰਿੱਤਰਾਂ ਵਿੱਚੋਂ 19 ਚਰਿੱਤਰ ਐਸੇ ਨੇ ਜਿਹੜੇ ਪੰਜਾਬ ਦੇ ਵਿੱਚ ਵਾਪਰੇ ਨੇ। ਹੁਣ ਸੋਚਣ ਵਾਲੀ ਗੱਲ ਹੈ, ਕਿਉਂਕਿ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ, ਮਹਾਨ ਵਿਦਵਾਨ ਸੰਤ ਸਿੰਘ ਜੀ ਮਸਕੀਨ, ਉਹ ਇਹ ਕਹਿ ਰਹੇ ਸੀ ਕਿ ਇਹ ਜਿਹੜਾ ਮਹਾਰਿਸ਼ੀ ਹੋਇਆ ਵਾਸਤਾਇਨ, ਉਸਨੇ ਜਿਹੜਾ ਸੰਸਕ੍ਰਿਤ ਵਿੱਚ ਕਾਮ ਸੂਤਰ ਗ੍ਰੰਥ ਲਿਖਿਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਗ੍ਰੰਥ ਦਾ ਉਲਥਾ ਕਰਕੇ ਲਿਖਿਆ ਤਾਂ ਕਿ ਸਾਨੂੰ ਸਮਝ ਆ ਜਾਵੇ ਕਿ ਇਸ ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ। ਵਾਸਤਾਇਨ ਜਿਹੜਾ ਹੋਇਆ, ਜਿਹੜਾ ਕਾਮ ਸੂਤਰ ਗ੍ਰੰਥ ਉਸਨੇ ਲਿਖਿਆ, ਉਹ 250 ਈਸਵੀ ਵਿੱਚ ਲਿਖਿਆ ਸੀ। ਤੇ ਆ ਜਿਹੜੇ ਤੁਹਾਨੂੰ ਚਰਿੱਤਰ ਦੱਸ ਰਿਹਾ, 19 ਚਰਿੱਤਰਾਂ ਵਿੱਚੋਂ ਜਿਹੜੇ 6 ਚਰਿੱਤਰ ਨੇ ਉਹ ਗੁਰੂ ਕਾਲ ਦੇ ਨੇ। ਗੁਰੂ ਕਾਲ ਜਿਹੜਾ ਹੈ, ਗੁਰੂਆਂ ਦਾ ਸਮਾਂ, ਇਹ ਤਾਂ 1469 ਤੋਂ ਲੈ ਕੇ ਤਾਂ 1708 ਈਸਵੀ ਤੱਕ ਹੈ। ਉਹ ਵਾਸਤਵਾਇਨ ਨੇ ਜਿਹੜਾ ਗ੍ਰੰਥ ਲਿਖਿਆ ਸੀ ਉਹ 250 ਈਸਵੀ 'ਚ ਲਿਖਿਆ ਸੀ। ਕਿਵੇਂ ਸਿੱਧ ਹੈ? ਭਾਵ ਸਟੇਜ 'ਤੇ ਬੈਠ ਕੇ ਗੱਪਾਂ ਸੁਣਾ ਦਿੱਤੀਆਂ, ਨਾਂ ਬਹੁਤ ਵੱਡਾ, ਉਹਨਾਂ ਦਾ ਵਿਰੋਧ ਕੋਈ ਕਰ ਨਹੀਂ ਸਕਦਾ। ਹੁਣ ਕੋਈ ਵੀਰ ਖੋਜ ਕਰਕੇ ਮੈਨੂੰ ਦੱਸੇ ਤਾਂ ਸਹੀ ਨਾ। ਫਿਰ ਇੱਕ ਗੱਲ ਹੋਰ ਮੈਂ ਕਰ ਦੇਵਾਂ, ਕਿਰਪਾ ਕਰਕੇ ਜਿਹੜੇ ਵੀਰ ਇਸ ਗ੍ਰੰਥ ਨੂੰ ਇਹ ਮੰਨਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਲਥਾ ਕੀਤਾ ਹੋਇਆ ਹੈ, ਉਹ ਘੱਟੋ ਘੱਟ ਇਤਨੀ ਮਿਹਨਤ ਕਰਨ ਕਿ ਆ ਜਿਹੜੇ ਚਰਿੱਤਰੋਪਖਿਆਨ ਦੇ 404 ਚਰਿੱਤਰ ਹਨ, ਇਹ ਕਿਹੜੇ ਗ੍ਰੰਥ ਵਿੱਚੋਂ ਲੈ ਗਏ। ਉਹ ਸੰਸਕ੍ਰਿਤ ਦਾ ਗ੍ਰੰਥ ਤਾਂ ਸਾਨੂੰ ਦੱਸ ਦੇਣ, ਵੀ ਉਹ ਘੱਟੋ ਘੱਟ ਉਹਦਾ PDF ਭੇਜ ਦੇਣ, ਅਸੀਂ ਸਮਝ ਸਕੀਏ। ਕਿਉਂਕਿ ਜਿਹੜਾ ਮਹਾਰਿਸ਼ੀ ਦਾ ਗ੍ਰੰਥ ਲਿਖਿਆ ਹੋਇਆ, ਜਿਵੇਂ ਮਸਕੀਨ ਜੀ ਸਾਹਿਬ ਕਹਿ ਗਏ ਨੇ, ਉਹ ਝੂਠਾ ਸਿੱਧ ਹੋਇਆ, 100% ਝੂਠਾ। ਉਹਦਾ ਇਹ ਉਲਥਾ ਨਹੀਂ ਹੈ, ਕਿਉਂਕਿ ਚਰਿੱਤਰ ਵਾਪਰੇ ਬਾਅਦ ਦੇ ਵਿੱਚ, ਵਾਸਤਵਾਇਨ ਪਹਿਲੇ ਹੋਇਆ, ਇਸ ਕਰਕੇ ਇਹ ਉਲਥਾ ਨਹੀਂ ਹੋ ਸਕਦਾ। ਹਾਂ, ਇੱਦਾਂ ਜ਼ਰੂਰ ਮੰਨ ਸਕਦੇ ਹਾਂ ਆ ਜਿਹੜੇ 19 ਚਰਿੱਤਰਾਂ ਦੀ ਮੈਂ ਗੱਲ ਕੀਤੀ ਹੈ, ਇਹ ਚਰਿੱਤਰ ਪੰਜਾਬ ਵਿੱਚ ਵਾਪਰੇ, ਹੋ ਸਕਦਾ ਪੰਜਾਬੀ ਵਿੱਚ ਲਿਖੇ ਗਏ ਹੋਣ, ਔਰ ਕਿਸੇ ਬ੍ਰਿਜ ਭਾਸ਼ਾ ਨੂੰ ਜਾਣਨ ਵਾਲੇ ਬੰਦੇ ਨੇ ਇਸ ਨੂੰ ਉਲਥਾ ਕੀਤਾ ਹੋਵੇ ਬ੍ਰਿਜ ਭਾਸ਼ਾ ਵਿੱਚ, ਤਾਂ ਕਿ ਬ੍ਰਿਜ ਭਾਸ਼ਾ ਵਿੱਚ ਜਾਣਨ ਵਾਲੇ ਲੋਕ ਇਸ ਨੂੰ ਸਮਝ ਜਾਣ। ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਕੀਤਾ, ਕਿਸੇ ਤਰ੍ਹਾਂ ਵੀ ਇਹ ਗੱਲ ਨਹੀਂ ਬਣਦੀ। ਸੋ ਆਓ ਅੱਜ ਚਰਿੱਤਰ ਨੰਬਰ 2 ਦੀ ਵੀ ਵਿਚਾਰ ਕਰ ਲੈਂਦੇ ਹਾਂ। ਤਾਂ ਸਿੱਧੀ ਗੱਲ ਇਹ ਹੈ ਕਿ ਨਾ ਤਾਂ ਇਹ ਚਰਿੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਉਲਥਾ ਕੀਤਾ, ਔਰ ਨਾ ਹੀ ਇਹ ਸਾਡੀ ਬੋਲੀ ਵਿੱਚ ਹੈ, ਸਾਡੀ ਭਾਸ਼ਾ ਵਿੱਚ ਇਹ ਨਹੀਂ ਹੈ, ਸਾਡੀ ਬੋਲੀ ਵਿੱਚ ਨਹੀਂ ਹੈ। ਇਸ ਲਈ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮਹਾਨੰਦ ਨਾਂ ਦੇ ਇੱਕ ਨਕਾਰਾ ਬੰਦੇ ਦੀ ਇੱਕ ਪਤਨੀ ਸੀ, ਔਰ ਉਹਦੇ ਨਾਲ ਵੀ ਇਹ ਲਿਖਿਆ ਹੋਇਆ ਅੱਗੇ ਕਿ ਉਹ ਬਹੁਤ ਕਰੈਕਟਰ ਪੱਖੋਂ, ਚਾਲ ਚਲਨ ਪੱਖੋਂ ਬਹੁਤ ਗੰਦੀ ਸੀ। ਹੁਣ ਮੈਂ ਇਹ ਤੁਹਾਨੂੰ ਪੜ੍ਹ ਕੇ ਨਹੀਂ ਦੱਸ ਸਕਦਾ ਕਿ ਕੀ ਲਿਖਿਆ ਹੋਇਆ, ਇਹ ਤੁਸੀਂ ਆਪੇ ਪੜ੍ਹ ਸਕਦੇ ਹਾਂ। ਅਤੇ ਇਸ ਤਰ੍ਹਾਂ ਕਰਕੇ ਮਹਾਨੰਦ ਦੀ ਇੱਕ ਅੱਖ ਸੀਗੀ, ਇੱਕ ਅੱਖ ਉਹਦੀ ਨਹੀਂ ਸੀ। ਘਰ ਕੋਈ ਆਇਆ ਹੋਇਆ ਸੀ, ਮਹਾਨੰਦ ਦੀ ਅੱਖ ਦੇ ਉੱਤੇ ਇੱਕ 'ਤੇ ਹੱਥ ਰੱਖ ਲਾ, ਇੱਕ ਦੇ ਹੱਥ ਨੂੰ ਅੱਖ ਨੂੰ ਚੁੰਮ ਲਿਆ, ਕੰਨਾਂ ਦੇ ਉੱਤੇ ਦੋਨੋਂ ਹੱਥ ਰੱਖ ਕੇ ਤਾਂ ਉਹ ਜਿਹੜਾ ਘਰ ਬੰਦਾ ਆਇਆ ਸੀ ਉਸ ਨੂੰ ਉੱਥੋਂ ਕੱਢ ਦਿੱਤਾ। ਮੈਂ ਸਿਰਫ ਤੁਹਾਨੂੰ ਤੁਕ ਮਾਤਰ ਦੱਸ ਰਿਹਾ। ਤਾਂ ਇਸ ਤਰ੍ਹਾਂ ਉਸ ਨੇ ਆਪਣੇ ਪਤੀ ਨੂੰ ਮੂਰਖ ਬਣਾਇਆ। ਠੀਕ ਹੈ, ਪਤਨੀ ਨੇ ਉਸ ਨੂੰ ਕਿਹਾ ਕਿ ਮੈਂ ਤੇਰਾ ਅੱਛਾ, ਸਿੱਧੀ ਜਿਹੀ ਗੱਲ ਹੈ, ਅਖੀਰ ਵਿੱਚ ਨਵੇੜਾ ਇੱਥੇ ਕਰਦੇ ਨੇ ਕਿ ਔਰਤ ਦਾ ਕਰੈਕਟਰ ਠੀਕ ਨਹੀਂ ਹੈ, ਅਤੇ ਉਸ ਨੇ ਬੰਦੇ ਨੂੰ ਮੂਰਖ ਬਣਾਇਆ। ਅਤੇ ਚਰਿੱਤਰ ਦਾ ਸਾਰ ਅੰਸ਼ ਇਹੀ ਹੈ ਕਿ ਔਰਤਾਂ 'ਤੇ ਕਦੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਉਹ ਕਦੀ ਵੀ ਧੋਖਾ ਦੇ ਸਕਦੀਆਂ ਹਨ। ਅੰਦਾਜ਼ਾ ਲਗਾਓ ਕਿ ਗੁਰੂ ਨਾਨਕ ਪਾਤਸ਼ਾਹ ਇਹ ਕਹਿ ਰਹੇ ਨੇ, ਸੋ ਕੋਈ ਮੰਦਾ ਆਖੀਏ ਜਿਤ ਜੰਮੇ ਰਾਜਾਨ। ਹੁਣ ਇਹ ਸਾਡੇ ਸਾਰੇ ਵਿਦਵਾਨ ਇਕੱਠੇ ਹੋ ਕੇ ਰਲ ਮਿਲ ਕੇ ਇਹ
ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਪਾ ਰਹੇ ਨੇ ਕਿ ਉਹ ਸਾਨੂੰ ਐਸੀਆਂ ਕਹਾਣੀਆਂ ਸਾਡੇ ਗਿਆਨ ਵਧਾਉਣ ਲਈ ਦੱਸ ਰਹੇ ਨੇ ਕਿ ਭਈ ਤੁਹਾਡਾ ਗਿਆਨ ਵੱਧ ਜਾਣਾ ਚਾਹੀਦਾ, ਤੁਸੀਂ ਔਰਤਾਂ 'ਤੇ ਕਦੀ ਵਿਸ਼ਵਾਸ ਨਹੀਂ ਕਰਨਾ। ਤੇ ਇਹ ਮੈਂ ਵਾਰ-ਵਾਰ ਤਾਂ ਕਹਿ ਰਿਹਾ, ਬੀਬੀਆਂ ਇਹ ਗ੍ਰੰਥ ਜ਼ਰੂਰ ਪੜ੍ਹਨ, ਤਾਂ ਕਿ ਜੇ ਬੀਬੀਆਂ ਬਗਾਵਤ ਕਰਨਗੀਆਂ, ਕਹਿਣਗੀਆਂ ਕਿ ਇਹ ਗ੍ਰੰਥ ਸਾਡੇ ਗੁਰੂ ਦਾ ਲਿਖਿਆ ਹੋਇਆ ਨਹੀਂ ਹੋ ਸਕਦਾ, ਤਦ ਹੀ ਸਿੱਖ ਕੌਮ ਦਾ ਕੋਈ ਪਾਰ ਉਤਾਰਾ ਹੋ ਸਕਦਾ। ਜਿਹੜੇ ਵੀ ਵੀਰ ਇਸ ਨੂੰ ਕਹਿੰਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋਇਆ ਹੈ, ਉਹਨਾਂ ਦਾ ਉਲਥਾ ਕੀਤਾ ਹੋਇਆ ਹੈ, ਮੈਂ ਉਹਨਾਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ, ਭਾਈ ਇੱਕ ਵਾਰੀ ਆਪ ਪੜ੍ਹ ਲਓ। ਇਹ ਪੰਜਾਬੀ ਵਿੱਚ ਹੁਣ ਅਰਥ ਕੀਤੇ ਹੋਏ ਮਿਲਦੇ ਨੇ, ਸਾਡੀ ਬੋਲੀ ਵਿੱਚ ਪੜ੍ਹ ਲਓ। ਜੇ ਪੜ੍ਹ ਕੇ ਤੁਹਾਨੂੰ ਫਿਰ ਵੀ ਲੱਗੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਲਥਾ ਕੀਤਾ, ਚੰਗੀ ਗੱਲ ਹੈ, ਸਿਆਣੀਆਂ ਗੱਲਾਂ ਨੇ, ਫਿਰ ਤੁਸੀਂ ਭਾਈ ਮੰਨ ਲਓ। ਔਰ ਬੀਬੀਆਂ ਨੂੰ ਮੈਂ ਖਾਸ ਕਰਕੇ ਕਹਾਂਗਾ, ਜਿਹੜੀ ਬੀਬੀ ਇਸ ਗ੍ਰੰਥ ਨੂੰ ਪੜ੍ਹੇਗੀ ਔਰ ਉਸ ਤੋਂ ਬਾਅਦ ਵੀ ਕਹੇਗੀ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਲਥਾ ਕੀਤਾ ਹੋਇਆ, ਫਿਰ ਭਾਈ ਉਹ ਆਪਣੇ ਨਾਂ ਦੇ ਨਾਲ ਆਪ ਹੀ ਇਲਜ਼ਾਮ ਲਾ ਰਹੀ ਹੈ, ਆਪਣੀ ਇਸਤਰੀ ਜਾਤੀ ਦੇ ਨਾਲ ਆਪ ਹੀ ਇਲਜ਼ਾਮ ਲਾ ਰਹੀ ਹੈ ਕਿ ਇਸਤਰੀਆਂ ਇੱਦਾਂ ਦੀਆਂ ਹੀ ਹੁੰਦੀਆਂ, ਅਸੀਂ ਇੱਦਾਂ ਦੀਆਂ ਹੀ ਹੁੰਦੀਆਂ। ਇਹਦਾ ਮਤਲਬ ਉਹ ਮੰਨ ਰਹੇ, ਮਤਲਬ ਇੱਦਾਂ ਕੋਈ ਬੀਬੀ ਭੈਣ ਨਹੀਂ ਮੰਨੇਗੀ। ਇਹ ਸਾਰਾ ਗਲਤ ਹੈ। ਜਿਹੜੀ ਬੀਬੀ ਭੈਣ ਨੇ ਇੱਕ ਵਾਰ ਇਸ ਨੂੰ ਪੜ੍ਹ ਲਿਆ, ਉਹ ਮੁੜ ਕੇ ਇਸ ਦੇ ਦਰਸ਼ਨ ਨਹੀਂ ਕਰਨਾ ਚਾਹੇਗੀ। ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ। ਜੇ ਵੀਡੀਓ ਪਸੰਦ ਆਵੇ, ਇਹ ਗਿਆਨ ਵਿਚਾਰ ਪਸੰਦ ਆਉਣ ਤਾਂ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਅੱਗੇ ਸਾਂਝਾ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।